एक वक्त दी गल है, बहुत दूर एक थां ते दो बेस्ट फ्रेंड सी ਜਿਹੜੇ ਕੋਲ-ਕੋਲ ਦੇ ਟਾਊਨ ਵਿੱਚ ਰਹਿੰਦੇ ਸੀ। ਉਹਨਾਂ ਦੇ ਨਾਮ ਸੀ ਕੇ ਅਤੇ ਗ੍ਰੇਡਾ। ਕੇ ਅਤੇ ਗ੍ਰੇਡਾ ਨੇ ਇੱਕ ਰੋਜ਼ ਲਾਇਆ ਆਪਣੇ ਵਿਹੜੇ ਵਿੱਚ, ਆਪਣੇ ਪਿਆਰ ਦੀ ਨਿਸ਼ਾਨੀ ਮੰਨ ਕੇ। ਇਹ ਰੋਜ਼ਸ ਉਹਨਾਂ ਦੇ ਨਾਲ ਹੀ ਵੱਡੇ ਹੋਣ ਲੱਗੇ। ਸਿਆਲਾਂ ਦਾ ਮੌਸਮ ਸੀ ਅਤੇ ਹਰ ਪਾਸੇ ਬਰਫ਼ ਹੀ ਬਰਫ਼ ਪੈ ਰਹੀ ਸੀ ਅਤੇ ਉਹਦੇ ਨਾਲ ਹੀ ਵਕਤ ਆ ਗਿਆ ਸੀ ਗ੍ਰੇਡਾ ਦੀ ਬੇਬੇ ਤੋਂ ਮਜ਼ੇਦਾਰ ਕਹਾਣੀਆਂ ਸੁਣਨ ਦਾ। ਇਹ ਸਿਆਲ ਤੇ ਬਰਫ਼ ਕਿੱਥੋਂ ਆਉਂਦੇ ਨੇ? ਬਹੁਤ ਦੂਰ ਤੋਂ, ਬੇਬੇ ਨੇ ਜਵਾਬ ਦਿੱਤਾ ਅਤੇ ਸ਼ੁਰੂ ਕੀਤੀ ਆਪਣੀ ਕਹਾਣੀ। ਇੱਕ ਦੇਸ਼ ਸੀ, ਬਰਫ਼ ਹੀ ਬਰਫ਼ ਹਰ ਪਾਸੇ। ਉੱਥੋਂ ਦੀ ਰਾਣੀ ਕੱਲੀ ਰਹਿੰਦੀ ਸੀ ਆਪਣੀ ਬਰਫ਼ ਦੀ ਕੈਸਲ ਵਿੱਚ, ਜਿਹੜਾ ਉਹਨੇ ਆਪੇ ਹੀ ਬਣਾਇਆ ਸੀ। ਇਹ ਸਨੋ ਕੁਈਨ ਬੜੀ ਸੋਹਣੀ ਸੀ ਅਤੇ ਗੋਰੀ ਵੀ ਬਰਫ਼ ਵਰਗੀ। ਪਰ ਸਨੋ ਕੁਈਨ ਦਿਲ ਦੀ ਮਾੜੀ ਸੀ। ਆਈਸ ਕੈਸਲ ਵਿੱਚ ਕਈ ਸਾਰੇ ਰਾਜ਼ ਲੁਕੋ ਕੇ ਰੱਖੇ ਹੋਏ ਸੀ। ਉਹਦਾ ਆਈਸ ਮਿਰਰ ਵੀ ਇੱਕ ਜਾਦੂ ਦਾ ਮਿਰਰ ਸੀ। ਇਹਦੇ ਵਿੱਚ ਹੀ ਉਹ ਦੁਨੀਆ ਵਿੱਚ ਕਿੱਥੇ ਕੀ ਹੋ ਰਿਹਾ ਹੈ ਸਭ ਵੇਖ ਸਕਦੀ ਸੀ। ਉਸੇ ਵੇਲੇ ਗ੍ਰੇਡਾ ਨੂੰ ਇੰਜ ਲੱਗਿਆ ਜਿਵੇਂ ਸਨੋ ਕੁਈਨ ਉਹਨੂੰ ਬਾਰੀ ਵਿੱਚੋਂ ਵੇਖ ਰਹੀ ਸੀ। ਕੀ ਬੇਬੇ ਜੀ ਵੇਖੋ, ਸਨੋ ਕੁਈਨ ਬਾਰੀ ਤੇ। ਓਏ ਕੋਈ ਬਿੱਲੀ ਹੋਗੀ, ਠੰਡ ਤੋਂ ਪਰੇਸ਼ਾਨ। ਬੇਬੇ ਜੀ ਕੀ ਸਨੋ ਕੁਈਨ ਇੱਥੇ ਆ ਸਕਦੀ ਹੈ? ਆਉਣ ਦੋ, ਮੈਂ ਉਸੇ ਵੇਲੇ ਉਹਨੂੰ ਚੁੱਕ ਕੇ ਚਿਮਨੇ 'ਚ ਸੁੱਟ ਦਾਂਗਾ, ਪਿਘਲ ਕੇ ਪਾਣੀ ਹੋ ਜਾਊਗੀ ਵਾਟਰ ਕੁਈਨ। ਆਪਣੇ ਆਈਸੀ ਮਿਰਰ ਵਿੱਚ ਸਨੋ ਕੁਈਨ ਨੇ ਵੇਖਿਆ ਕਿ ਕੀ ਬੋਲ ਰਿਹਾ ਸੀ। ਤਾਂ ਤੂੰ ਮੈਨੂੰ ਚਿਮਨੇ ਵਿੱਚ ਸੁੱਟੇਂਗਾ ਤੇ ਵਾਟਰ ਕੁਈਨ ਬਣਾਵੇਂਗਾ? ਮੇਰੇ ਆਈ ਸਪਾਰਕਲਸ, ਜਾਓ, ਮੇਰੀ ਸ਼ਕਤੀ ਨਾਲ ਇਸ ਮੁੰਡੇ ਨੂੰ ਲੱਭੋ। ਉਹਦਾ ਦਿਲ ਅਤੇ ਉਹਦੀਆਂ ਅੱਖਾਂ ਮੈਨੂੰ ਚਾਹੀਦੀਆਂ ਨੇ। ਉਹਦੀ ਨਜ਼ਰ ਵਿੱਚ ਬੁਰਾਈ ਭਰ ਦਿਓ ਅਤੇ ਉਹਦੇ ਦਿਲ ਵਿੱਚੋਂ ਪਿਆਰ ਨੂੰ ਕੱਢ ਸੁੱਟੋ। ਹੌਲੀ-ਹੌਲੀ ਇੱਕ ਬਰਫੀਲੀ ਹਨੇਰੀ ਗ੍ਰੇਡਾ ਦੇ ਘਰ ਦੇ ਕੋਲ ਤੇਜ਼ ਹੋਣ ਲੱਗੀ। ਆਈ ਸਪਾਰਕਲ ਉਹਦੇ ਵੱਲ ਨੂੰ ਹੀ ਆ ਰਹੇ ਸੀ। ਬਾਹਰ ਕੀ ਹੋ ਰਿਹਾ ਹੈ ਇਹ ਵੇਖਣ ਲਈ ਕੇ ਨੇ ਬਾਰੀ ਖੋਲੀ। ਗ੍ਰੇਡਾ ਉਸੇ ਵੇਲੇ ਜ਼ੋਰ ਨਾਲ ਬੋਲੀ, ਪਰ ਦੇਰ ਹੋ ਚੁੱਕੀ ਸੀ। ਮੇਰੀਆਂ ਅੱਖਾਂ, ਕੁਝ ਪੈ ਗਿਆ ਅੱਖਾਂ 'ਚ ਔਰ ਦਿਲ ਵਿੱਚ। ਕੀ ਹੈ ਸਭ? ਅਤੇ ਉਸੇ ਵੇਲੇ ਆਈ ਸਪਾਰਕਲਸ ਨੇ ਸਨੋ ਕੁਈਨ ਦਾ ਕੰਮ ਕਰ ਦਿੱਤਾ ਸੀ। ਉਹਦੀਆਂ ਅੱਖਾਂ ਅਤੇ ਦਿਲ ਤੇ ਸੱਟ ਲੱਗ ਚੁੱਕੀ ਸੀ ਅਤੇ ਕੇ ਬਦਲ ਚੁੱਕਿਆ ਸੀ। ਗ੍ਰੇਡਾ ਨੇ ਪੁੱਛਿਆ ਉਹਨੂੰ ਕੀ ਹੋਇਆ, ਪਰ ਉਹ ਮੁੜ ਕੇ ਉਹਦੇ ਉੱਤੇ ਚਿল্ਲਾਇਆ, ਕੁਝ ਨਹੀਂ ਹੋਇਆ, ਠੀਕ ਹਾਂ, ਪਰੇਸ਼ਾਨ ਨਾ ਕਰ। ਇਹ ਪਹਿਲੀ ਵਾਰੀ ਸੀ ਕਿ ਗ੍ਰੇਡਾ ਨਾਲ ਇੰਨੀ ਬਦਤਮੀਜ਼ੀ ਨਾਲ ਬੋਲਿਆ। ਗ੍ਰੇਡਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਏਦਾਂ ਦਾ ਕਿਉਂ ਹੋ ਗਿਆ। ਕੇ ਨੇ ਸਵੇਰੇ ਵੀ ਬਦਤਮੀਜ਼ੀ ਕੀਤੀ ਸੀ ਜਦੋਂ ਉਹ ਆਪਣਾ ਸਲੇ ਬਾਹਰ ਕੱਢ ਰਿਹਾ ਸੀ। ਗ੍ਰੇਡਾ ਨੇ ਪੁੱਛਿਆ ਕਿ ਕਿੱਥੇ ਜਾ ਰਹੇ ਹੋ? ਉਹ ਮੁੜ ਕੇ ਉਹਦੇ ਉੱਤੇ ਭੜਕ ਪਿਆ। ਉਹ ਸਲੇ ਉੱਤੇ ਚੜ੍ਹ ਕੇ ਤੁਰ ਗਿਆ। ਗ੍ਰੇਡਾ ਉਹਦੇ ਤੱਕ ਨਹੀਂ ਪੁੱਜ ਸਕੀ। ਅਚਾਨਕ ਉਹਦੇ ਸਾਹਮਣੇ ਸਨੋ ਕੁਈਨ ਆ ਗਈ ਅਤੇ ਕੇ ਉਹਦੇ ਪਿੱਛੇ ਤੁਰ ਪਿਆ। ਗ੍ਰੇਡਾ ਕੁਝ ਵੀ ਨਹੀਂ ਕਰ ਸਕੀ ਤੇ ਕੇ ਗਾਇਬ ਹੋ ਗਿਆ। ਸਨੋ ਕੁਈਨ ਉਹਨੂੰ ਆਪਣੇ ਆਈਸ ਕੈਸਲ ਵਿੱਚ ਲੈ ਕੇ ਜਾ ਰਹੀ ਸੀ। ਗ੍ਰੇਡਾ ਬਾਰੀ ਤੇ ਖੜੀ ਉਹਦੀ ਰਾਹ ਵੇਖਦੀ ਰਹੀ। ਦਿਨ ਮਹੀਨੇ ਲੰਘ ਗਏ ਅਤੇ ਸਿਆਲਾਂ ਦਾ ਮੌਸਮ ਵੀ ਚਲਾ ਗਿਆ, ਪਰ ਕੇ ਨਹੀਂ ਆਇਆ। ਆਪੇ ਹੀ ਕੁਝ ਕਰਨ ਦੀ ਸੋਚ ਕੇ ਗ੍ਰੇਡਾ ਨਿਕਲ ਪਈ ਆਪਣੇ ਦੋਸਤ ਨੂੰ ਲੱਭਣ, ਨਾਲ ਸਿਰਫ ਬੇਬੇ ਦਾ ਦਿੱਤਾ ਹੋਇਆ ਮਿਰਰ ਲੈ ਕੇ।
ਬਹਾਦਰ ਗ੍ਰੇਡਾ ਨੇ ਰਸਤੇ ਵਿੱਚ ਹਰ ਇੱਕ ਬੰਦੇ ਨੂੰ ਪੁੱਛਿਆ ਕਿ ਉਹਨਾਂ ਨੇ ਕੇ ਨੂੰ ਵੇਖਿਆ ਹੈ। ਲੱਭਦੇ ਲੱਭਦੇ ਉਹ ਨਦੀ ਤੱਕ ਪਹੁੰਚ ਗਈ। ਆਲੇ ਦੁਆਲੇ ਉਹਨੂੰ ਕੋਈ ਨਹੀਂ ਦਿਸਿਆ ਜਿਹੜਾ ਉਹਨੂੰ ਕੇ ਦੇ ਬਾਰੇ ਵਿੱਚ ਦੱਸ ਸਕੇ। ਉਹਨੇ ਨਦੀ ਤੋਂ ਪੁੱਛਿਆ ਪਰ ਕੋਈ ਜਵਾਬ ਨਹੀਂ ਮਿਲਿਆ। ਇਹਦੇ ਵਿੱਚ ਸਿੰਕਰੋ ਆਇਆ ਉਹਦੇ ਕੋਲ ਤੇ ਬੋਲਿਆ, ਨਦੀ ਕੋਲ ਜਵਾਬ ਹੈ ਤੁਹਾਡੇ ਵਾਸਤੇ, ਪਰ ਪਹਿਲੇ ਉਹਨੂੰ ਇੱਕ ਗਿਫਟ ਦੇਣਾ ਪਏਗਾ। ਗ੍ਰੇਡਾ ਨੇ ਆਪਣਾ ਫੇਵਰਿਟ ਨੈਕਲੇਸ ਕੱਢ ਕੇ ਨਦੀ ਨੂੰ ਗਿਫਟ ਦੇ ਦਿੱਤਾ। ਉਸੇ ਵੇਲੇ ਇੱਕ ਜਾਦੂ ਜਿਹਾ ਹੋਇਆ ਅਤੇ ਇੱਕ ਬੋਟ ਹਾਜ਼ਰ ਹੋ ਗਈ। ਗ੍ਰੇਡਾ ਨੇ ਸੋਚਿਆ ਕਿ ਨਦੀ ਨੂੰ ਉਹਦਾ ਗਿਫਟ ਚੰਗਾ ਲੱਗਿਆ ਹੈ ਅਤੇ ਬੋਟ ਉਹਨੂੰ ਰਿਟਰਨ ਗਿਫਟ ਦਿੱਤਾ ਹੈ। ਉਹਦੇ ਚੜ੍ਹਦੇ ਹੀ ਬੋਟ ਆਪੇ ਤੁਰ ਪਈ। ਬੋਟ ਜਾ ਕੇ ਕੰਢੇ ਤੇ ਰੁਕੀ। ਉੱਥੇ ਇੱਕ ਸੀਕ੍ਰੇਟ ਗਾਰਡਨ ਸੀ ਜਿਹਦੇ ਵਿੱਚ ਫੁੱਲ ਹੀ ਫੁੱਲ ਸੀ, ਰੰਗ ਬਿਰੰਗੇ। ਇੰਨਾ ਸੋਹਣਾ ਗਾਰਡਨ ਉਹਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ, ਪਰ ਕੁਝ ਗੜਬੜ ਸੀ। ਇਹਨਾਂ ਫੁੱਲਾਂ ਵਿੱਚ ਵਾਸ਼ਨਾ ਨਹੀਂ ਸੀ। ਗਾਰਡਨ ਦੇ ਦੂਜੇ ਪਾਸਿਓਂ ਇੱਕ ਜਨਾਨੀ ਉਹਦੇ ਵੱਲ ਆ ਰਹੀ ਸੀ। ਇਹ ਗਾਰਡਨ ਦੀ ਓਨਰ ਸੀ। ਕੀ ਹਾਲ ਚਾਲ ਪਿਆਰੀ ਕੁੜੀਏ, ਮੁਸਕਰਾ ਕੇ ਉਹਨੇ ਕਿਹਾ ਅਤੇ ਉਹਨੂੰ ਅਚਾਨਕ ਮਹਿਸੂਸ ਹੋਇਆ ਕਿ ਉਹਦੇ ਗਾਰਡਨ ਦੇ ਫੁੱਲਾਂ ਵਿੱਚੋਂ ਵਾਸ਼ਨਾ ਫੇਰ ਤੋਂ ਆ ਰਹੀ ਹੈ। ਆਮ ਸੌਰੀ, ਮੈਂ ਤੁਹਾਡੀ ਪਰਮਿਸ਼ਨ ਲਿੱਤੇ ਬਿਨਾਂ ਆ ਗਈ। ਕੋਈ ਗੱਲ ਨਹੀਂ ਧੀਏ, ਚੰਗਾ ਹੋਇਆ ਤੂੰ ਇੱਥੇ ਆਈ। ਕਈ ਸਾਲਾਂ ਤੋਂ ਕੋਈ ਆਇਆ ਹੀ ਨਹੀਂ ਮੇਰੇ ਗਾਰਡਨ ਵਿੱਚ। ਤੂੰ ਕੱਲੀ ਇੱਥੇ ਕੀ ਕਰ ਰਹੀ ਹੈ? ਗ੍ਰੇਡਾ ਨੇ ਫਲਾਵਰ ਲੇਡੀ ਨੂੰ ਕਿਹਾ ਕਿ ਉਹ ਆਪਣੇ ਦੋਸਤ ਕੇ ਨੂੰ ਲੱਭ ਰਹੀ ਹੈ, ਪਰ ਫਲਾਵਰ ਲੇਡੀ ਨੇ ਕਿਹਾ ਕਿ ਗ੍ਰੇਡਾ ਤੋਂ ਪਹਿਲਾਂ ਸਾਲਾਂ ਤੱਕ ਉਹਨੇ ਕੋਈ ਹੋਰ ਬੰਦਾ ਇੱਥੇ ਨਹੀਂ ਵੇਖਿਆ। ਤਾਂ ਮੈਨੂੰ ਫਿਰ ਮੁੜ ਕੇ ਰੋਡ ਤੇ ਜਾਣਾ ਚਾਹੀਦਾ ਹੈ। ਮੈਨੂੰ ਕੇ ਨੂੰ ਲੱਭਣਾ ਪਵੇਗਾ। ਫਲਾਵਰ ਲੇਡੀ ਨਹੀਂ ਚਾਹੁੰਦੀ ਸੀ ਕਿ ਗ੍ਰੇਡਾ ਕਿਤੇ ਵੀ ਜਾਵੇ, ਇਸ ਕਰਕੇ ਉਹਨੇ ਇੱਕ ਝੂਠ ਬੋਲਿਆ। ਕੀ ਨਾਮ ਦੱਸਿਆ? ਸ਼ਾਇਦ ਵੇਖਿਆ ਹੋਵੇ ਉਹਨੂੰ ਕਿਤੇ। ਗ੍ਰੇਡਾ ਨੇ ਫਲਾਵਰ ਲੇਡੀ ਨੂੰ ਸਭ ਕੁਝ ਦੱਸਿਆ ਅਤੇ ਜਦੋਂ ਫਲਾਵਰ ਲੇਡੀ ਨੇ ਸਨੋ ਕੁਈਨ ਦਾ ਨਾਮ ਸੁਣਿਆ, ਉਹ ਭੜਕ ਗਈ। ਸਨੋ ਕੁਈਨ? ਉਹਦਾ ਤਾਂ ਨਾਮ ਵੀ ਨਾ ਲੈ। ਉਹਦੇ ਕਰਕੇ ਹੀ ਮੇਰੇ ਫੁੱਲਾਂ ਵਿੱਚੋਂ ਵਾਸ਼ਨਾ ਚਲੀ ਗਈ ਸੀ। ਫਿਰ ਅਚਾਨਕ ਉਹਦਾ ਦਿਲ ਕੀਤਾ ਕਿ ਉਹ ਗ੍ਰੇਡਾ ਦੇ ਬਾਲ ਬਣਾਵੇ। ਗ੍ਰੇਡਾ ਨੂੰ ਸਮਝ ਨਹੀਂ ਆਇਆ ਕਿ ਕਿਉਂ, ਪਰ ਉਹਨੇ ਜਿੱਦ ਕੀਤੀ। ਗ੍ਰੇਡਾ ਨੂੰ ਇਹ ਨਹੀਂ ਪਤਾ ਸੀ ਕਿ ਉਹ ਇੱਕ ਜਾਦੂਈ ਕੰਘੀ ਸੀ। ਇਸ ਕੰਘੀ ਦੇ ਜਾਦੂ ਨਾਲ ਗ੍ਰੇਡਾ ਸਭ ਕੁਝ ਭੁੱਲ ਗਈ। ਹੁਣ ਸਿਰਫ ਖੁਸ਼ੀਆਂ ਯਾਦ ਸੀ। ਫਲਾਵਰ ਲੇਡੀ ਮਾੜੀ ਨਹੀਂ ਸੀ। ਉਹਨੇ ਇਹ ਸਭ ਚੰਗੀ ਨੀਅਤ ਨਾਲ ਕੀਤਾ ਸੀ। ਜਦੋਂ ਉਹ ਆਪਣੀ ਨੀਂਦ ਵਿੱਚੋਂ ਜਾਗੀ, ਗ੍ਰੇਡਾ ਨੂੰ ਕੁਝ ਯਾਦ ਨਹੀਂ ਰਿਹਾ। ਉਹ ਇੱਥੇ ਕਿੱਦਾਂ ਆਈ, ਕਿਉਂ ਆਈ, ਕੁਝ ਵੀ ਨਹੀਂ। ਫਿਰ ਉਹਨੂੰ 2 ਰੋਜ਼ਸ ਦਿਸੇ ਫਲਾਵਰ ਲੇਡੀ ਦੇ ਹੈਟ ਵਿੱਚ ਅਤੇ ਕੁਝ ਯਾਦ ਆਉਣ ਲੱਗਾ। ਪਿਆਰ ਦੇ ਅੱਗੇ ਕਿਹੜਾ ਜਾਦੂ ਚੱਲਿਆ ਹੈ? ਉਹਨੂੰ ਨਹੀਂ ਪਤਾ ਸੀ ਉਹ ਕਿੰਨੀ ਦੇਰ ਇੱਥੇ ਸੁੱਤੀ ਰਹੀ, ਪਰ ਉਹਦੀਆਂ ਪਿਆਰੀਆਂ ਯਾਦਾਂ ਮੁੜ ਆਈਆਂ। ਉਹ ਫਿਰ ਨਦੀ ਕੋਲ ਗਈ ਅਤੇ ਬੋਟ ਤਾਂ ਉੱਥੇ ਹੀ ਸੀ, ਪਰ ਜਾਣਾ ਕਿੱਥੇ ਹੈ ਇਹ ਪਤਾ ਨਹੀਂ ਸੀ। ਉਸੇ ਵੇਲੇ ਇੱਕ ਕਰੋ ਉਹਦੇ ਕੋਲ ਆਇਆ। ਲੱਗਦਾ ਸੀ ਜਿਵੇਂ ਉਹ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਗ੍ਰੇਡਾ ਉਹਦੇ ਪਿੱਛੇ ਪਿੱਛੇ ਤੁਰ ਪਈ ਅਤੇ ਉਹ ਪਹੁੰਚੇ ਆਈਸ ਸੀ ਵਿੱਚ। ਉੱਥੇ ਹੀ ਇੱਕ ਪਾਇਰੇਟ ਸ਼ਿਪ ਤੇ ਜਾ ਕੇ ਉਹ ਕਰੋ ਬੈਠ ਗਿਆ। ਗ੍ਰੇਡਾ ਹੌਲੀ ਜਿਹੇ ਉਸ ਸ਼ਿਪ ਕੋਲ ਪਹੁੰਚੀ। ਤਾਂ ਇਹ ਸ਼ਿਪ ਮੈਨੂੰ ਲੈ ਕੇ ਜਾਵੇਗਾ ਕੁਈਨ ਦੀ ਕੈਸਲ? ਅਚਾਨਕ ਕੁਝ ਪਾਇਰੇਟ ਉੱਥੇ ਆ ਗਏ ਅਤੇ ਉਹਨਾਂ ਵਿੱਚੋਂ ਇੱਕ ਪਾਇਰੇਟ ਕੁੜੀ ਨੇ ਗ੍ਰੇਡਾ ਨਾਲ ਗੱਲ ਕੀਤੀ। ਤੂੰ ਉੱਥੇ ਜਾਵੇਗੀ ਜਿੱਥੇ ਅਸੀਂ ਜਾਵਾਂਗੇ ਅਤੇ ਅਸੀਂ ਕਿਤੇ ਵੀ ਨਹੀਂ ਜਾ ਰਹੇ। ਉਸੇ ਵੇਲੇ ਸਨੋ ਕੁਈਨ ਕੋਸ਼ਿਸ਼ ਕਰ ਰਹੀ ਸੀ ਕਿ
ਕਿ ਆਪਣਾ ਪਾਸਟ ਭੁੱਲ ਜਾਵੇ। ਕਾਫੀ ਕੁਝ ਤਾਂ ਉਹ ਭੁੱਲ ਗਿਆ ਸੀ, ਪਰ ਗ੍ਰੇਡਾ ਉਹਨੂੰ ਨਹੀਂ ਭੁੱਲ ਰਹੀ ਸੀ। ਬਹੁਤ ਜਲਦੀ ਤੇਰਾ ਦਿਲ ਵੀ ਠੰਡਾ ਕਰ ਦਵਾਂਗੀ, ਫੇਰ ਕੁਝ ਵੀ ਨਹੀਂ ਯਾਦ ਰਹੇਗਾ ਤੈਨੂੰ। ਪਾਇਰੇਟ ਗਰਲ ਨੂੰ ਜਦੋਂ ਪਤਾ ਲੱਗਿਆ ਗ੍ਰੇਡਾ ਤੇ ਕੇ ਦੀ ਕਹਾਣੀ ਦਾ, ਉਹਨੇ ਕਿਹਾ ਕਿ ਉਹਨੂੰ ਭੁੱਲ ਜਾ, ਕਿਉਂਕਿ ਉਹਦਾ ਨਿਕਲਣਾ ਇੰਪੋਸੀਬਲ ਹੈ। ਮੇਰਾ ਬੈਸਟ ਫਰੈਂਡ ਹੈ ਕਿ ਮੈਂ ਉਹਨੂੰ ਲੱਭ ਕੇ ਹੀ ਰਵਾਂਗੀ। ਪਾਇਰੇਟ ਗਰਲ ਨੂੰ ਇਹ ਜ਼ਿੱਦ ਅਜੀਬ ਲੱਗ ਰਹੀ ਸੀ। ਐਕਚੁਅਲੀ ਉਹ ਚਾਹੁੰਦੀ ਸੀ ਕਿ ਉਹ ਉਹਦੇ ਨਾਲ ਹੀ ਰਹੇ, ਉਹਦੀ ਫਰੈਂਡ ਬਣ ਕੇ, ਪਰ ਗ੍ਰੇਡਾ ਜਿੱਦ ਦੀ ਪੱਕੀ ਸੀ। ਉਹਨੂੰ ਤਾਂ ਮੈਂ ਬਚਾਉਣਾ ਹੀ ਹੈ। ਉਹਦੀ ਕੋਈ ਦੋਸਤ ਨਹੀਂ ਸੀ, ਇਸ ਕਰਕੇ ਪਾਇਰੇਟ ਗਰਲ ਨੂੰ ਗ੍ਰੇਡਾ ਦੀ ਇਹ ਜ਼ਿੱਦ ਬੜੀ ਚੰਗੀ ਲੱਗੀ ਅਤੇ ਉਹ ਉਹਦੇ ਨਾਲ ਤੁਰ ਪਈ। ਅਗਲੀ ਸਵੇਰ ਉਹ ਉਹਦੇ ਵਾਸਤੇ ਇੱਕ ਰੇਂਡੀਅਰ ਲੈ ਕੇ ਆਈ। ਇਹ ਪੂਰੇ ਸਨੋ ਕਿੰਗਡਮ ਦੀ ਫਾਸਟੈਸਟ ਰੇਂਡੀਅਰ ਸੀ। ਉਹ ਗ੍ਰੇਡਾ ਨੂੰ ਰਾਹ ਦੱਸਣ ਵਾਲੀ ਸੀ। ਪ੍ਰੋਮਿਸ ਕਰੋ ਕਿ ਤੁਸੀਂ ਸਨੋ ਕੁਈਨ ਨੂੰ ਫੜੋਗੇ ਅਤੇ ਮੇਰੇ ਸ਼ਿਪ ਨੂੰ ਵੀ ਬਚਾਵੋਗੇ। ਪ੍ਰੋਮਿਸ, ਮੈਂ ਮੁੜ ਕੇ ਜ਼ਰੂਰ ਆਵਾਂਗੀ। ਰੇਂਡੀਅਰ ਉੱਤੇ ਬਹਿ ਕੇ ਗ੍ਰੇਡਾ ਜਾ ਰਹੀ ਸੀ। ਉਹਨੂੰ ਪਹਿਲਾਂ ਇਹ ਜਾਣਨਾ ਸੀ ਕਿ ਸਨੋ ਕੁਈਨ ਨੂੰ ਕਿਵੇਂ ਹਰਾਣਾ ਹੈ ਅਤੇ ਰੇਂਡੀਅਰ ਉਹਨੂੰ ਇਹ ਸੀਕ੍ਰੇਟ ਦੱਸਣ ਵਾਲੀ ਸੀ। ਕਾਫੀ ਦੇਰ ਤੁਰ ਕੇ ਉਹ ਨਾਰਥ ਪੋਲ ਪਹੁੰਚੇ। ਉਹਨੂੰ ਇੱਕ 올ਡ ਮੈਨ ਮਿਲਿਆ। ਤੇ ਤੁਸੀਂ ਉਹ ਮਿਰਰ ਤੋੜ ਦਿੱਤਾ ਹੈ ਨਾ? ਗ੍ਰੇਡਾ ਨੂੰ ਸਮਝ ਨਹੀਂ ਆਇਆ ਕਿ 올ਡ ਮੈਨ ਨੂੰ ਮਿਰਰ ਦੇ ਬਾਰੇ ਵਿੱਚ ਕਿਵੇਂ ਪਤਾ ਸੀ, ਪਰ ਉਹਨੂੰ ਇਹ ਪਤਾ ਸੀ ਕਿ ਉਹ ਸਹੀ ਥਾਂ ਆਈ ਹੈ ਤੇ ਉਹਨੇ ਉਹਨਾਂ ਨੂੰ ਉਹ ਮਿਰਰ ਦਿਖਾਇਆ। ਤੇ ਮੈਂ ਸਨੋ ਕੁਈਨ ਨੂੰ ਇਹਦੇ ਨਾਲ ਹੀ ਹਰਾ ਦੇਵਾਂਗੀ। ਇਹ ਤਾਂ ਮੈਜਿਕ ਮਿਰਰ ਹੈ। ਇਹਦੇ 'ਚ ਸੱਚ ਦਿਖਦਾ ਹੈ, ਸਿਰਫ ਸੱਚ। ਅਗਰ ਸੱਚ ਕਿੱਥੇ ਲੁਕਿਆ ਹੋਵੇ ਤਾਂ ਵੀ ਦਿਖਦਾ ਹੈ। ਪਿਆਰ ਨਾਲੋਂ ਜ਼ਿਆਦਾ ਸਟਰੋਂਗ ਤਾਂ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਅਸਲੀ ਤਾਕਤ ਤਾਂ ਸਾਡੇ ਵਿੱਚ ਹੈਗੀ ਹੀ ਹੈ, ਪਿਆਰ ਦੀ ਤਾਕਤ। ਗ੍ਰੇਡਾ ਨੂੰ ਪਤਾ ਲੱਗਿਆ ਕਿ ਸਨੋ ਕੁਈਨ ਕੌਣ ਸੀ। ਇਹਨਾਂ ਦੀ ਬਦੌਲਤ ਅਗਰ ਉਹ ਸੱਚ ਦਿਖਾ ਦੇਵੇ ਤਾਂ ਉਹ ਉਹਨੂੰ ਹਰਾ ਵੀ ਸਕਦੀ ਹੈ, ਕਿਉਂਕਿ ਸਨੋ ਕੁਈਨ ਵੀ ਪਹਿਲਾਂ ਇੱਕ ਚੰਗੀ ਕੁੜੀ ਸੀ, ਪਿਆਰ ਨਾਲ ਭਰੀ ਹੋਈ। ਜਿੱਥੇ ਵੀ ਉਹ ਛੂ ਲੈਂਦੀ ਸੀ ਫੁੱਲ ਖਿੜ ਜਾਂਦੇ ਸੀ ਅਤੇ ਉਹਦੀ ਸਮਾਈਲ ਵਿੱਚ ਸੂਰਜ ਵਰਗੀ ਚਮਕ ਸੀ। ਉਹ ਇੱਕ ਬਹੁਤ ਖੁਸ਼ ਕੁੜੀ ਸੀ। ਉਹਦਾ ਨਾਮ ਸੀ ਲਾਈਲਾ, ਪਰ ਸਭ ਨੂੰ ਲੱਗਦਾ ਸੀ ਕਿ ਉਹ ਇੱਕ ਜਾਦੂਗਰਨੀ ਹੈ ਅਤੇ ਇਸ ਕਰਕੇ ਕੋਈ ਉਹਦੇ ਨਾਲ ਨਾ ਖੇਡਦਾ ਸੀ ਨਾ ਗੱਲ ਕਰਦਾ ਸੀ। ਕੱਲੇਪਨ ਨੇ ਉਹਦੀ ਖੁਸ਼ੀ ਖੋਹ ਲਈ। ਉਹਨੇ ਆਪਣੇ ਆਲੇ ਦੁਆਲੇ ਸਾਰੇ ਲੋਕਾਂ ਨਾਲ ਨਫ਼ਰਤ ਹੋਣ ਲੱਗ ਪਈ ਅਤੇ ਇੱਕ ਦਿਨ ਉਹਨੇ ਇੱਕ ਵਿਸ਼ ਕੀਤੀ, ਜਿਹੜਾ ਵੀ ਮੈਨੂੰ ਤੰਗ ਕਰੇਗਾ ਉਹ ਆਈਸ ਬਣ ਜਾਵੇਗਾ। ਅਤੇ ਫਿਰ ਉਹਨੇ ਆਪਣਾ ਸਨੋ ਕੈਸਲ ਬਣਾਇਆ, ਸਭ ਤੋਂ ਦੂਰ, ਕੱਲੇ, ਖੁਸ਼ੀਆਂ ਤੋਂ ਵੀ ਦੂਰ। ਗ੍ਰੇਡਾ ਸਨੋ ਕੈਸਲ ਵਿੱਚ ਪਹੁੰਚੀ ਅਤੇ ਉਹਨੇ ਉੱਥੇ ਕੇ ਨੂੰ ਵੇਖਿਆ, ਆਈਸ ਦੀਆਂ ਮੂਰਤੀਆਂ ਬਣਾਉਂਦੇ ਹੋਏ। ਆਖਿਰ ਮੈਨੂੰ ਤੂੰ ਮਿਲ ਗਿਆ ਕੇ। ਤੂੰ ਭੁੱਲ ਗਿਆ ਮੈਨੂੰ? ਮੈਂ ਗ੍ਰੇਡਾ। ਕੇ ਨੇ ਗ੍ਰੇਡਾ ਵੱਲ ਵੇਖਿਆ ਪਰ ਪਛਾਣਿਆ ਨਹੀਂ। ਇੱਥੇ ਮੌਜੂਦ ਹਰ ਚੀਜ਼ ਦੀ ਤਰ੍ਹਾਂ ਇਹਦਾ ਦਿਲ ਵੀ ਬਰਫ਼ ਦਾ ਬਣ ਚੁੱਕਿਆ ਹੈ। ਗ੍ਰੇਡਾ ਨੇ ਉਹਦੀ ਗੱਲ ਨੂੰ ਅਣਸੁਣਾ ਕਰ ਦਿੱਤਾ। ਛੱਡ ਇਹਨੂੰ, ਇਹ ਹੁਣ ਮੇਰਾ ਹੈ। ਮੈਂ ਤੈਨੂੰ ਵੀ ਬਰਫ਼ ਦਾ ਬਣਾ ਦੇਵਾਂਗੀ। ਨਹੀਂ ਕਰੇਂਗੀ ਤੂੰ ਏਦਾਂ ਕਿ ਆਈ ਲਵ ਯੂ। ਉਹਨੂੰ ਯਾਦ ਆਇਆ, ਗ੍ਰੇਡਾ, ਹਾਂ ਮੈਨੂੰ ਯਾਦ ਆਇਆ। ਗੁੱਸੇ ਵਿੱਚ ਸਨੋ ਕੁਈਨ ਨੇ ਆਪਣਾ ਵੌਂਡ ਘੁਮਾਇਆ ਜ਼ੋਰ ਨਾਲ ਅਤੇ ਉਸ ਵਿੱਚੋਂ ਨਿਕਲੀ ਖਤਰਨਾਕ ਕਰਸ ਆਫ ਆਈਸ। ਉਸੇ ਵੇਲੇ ਗ੍ਰੇਡਾ ਨੇ ਆਪਣਾ ਮਿਰਰ ਕੱਢਿਆ ਅਤੇ ਉਹ ਕਰਸ ਉਹਦੇ ਨਾਲ ਟਕਰਾ ਕੇ ਗਾਇਬ ਹੋ ਗਿਆ।
ਸਨੋ ਕੁਈਨ ਨੇ ਗ੍ਰੇਡਾ ਦੇ ਮਿਰਰ ਵਿੱਚ ਵੇਖਿਆ ਅਤੇ ਉਹਨੂੰ ਕੁਝ ਅਜੀਬ ਲੱਗਿਆ, ਕਿਉਂਕਿ ਉਹਨੂੰ ਉਹਦੇ ਵਿੱਚ ਦਿਸਿਆ ਲਾਇਲਾ ਦਾ ਚਿਹਰਾ। ਅਚਾਨਕ ਸਨੋ ਕੁਈਨ ਆਪਣੇ ਪਿਆਰੇ ਜਿਹੇ ਰੂਪ ਵਿੱਚ ਬਦਲ ਗਈ। ਉਹ ਲਾਇਲਾ ਬਣ ਗਈ। ਥੈਂਕ ਯੂ ਵੈਰੀ ਮਚ। ਹੁਣ ਮੈਂ ਜਾਣਦੀ ਹਾਂ ਕਿ ਮੈਂ ਕੌਣ ਹਾਂ। ਮੈਂ ਫੇਰ ਤੋਂ ਆਜ਼ਾਦ ਹੋ ਗਈ ਹਾਂ। ਬਾਏ ਬਾਏ। ਕੇ ਤੇ ਗ੍ਰੇਡਾ ਇੱਕ ਦੂਜੇ ਨੂੰ ਵੇਖ ਕੇ ਮੁਸਕਰਾਏ। ਹੁਣ ਤੋਂ ਉਹ ਹਮੇਸ਼ਾ ਨਾਲ-ਨਾਲ ਰਹਿਣਗੇ, ਨਾਲ-ਨਾਲ ਵੱਡੇ ਹੋਣਗੇ। ਉਹਨਾਂ ਦੋਨੋਂ ਰੋਜ਼ਸ ਦੀ ਤਰ੍ਹਾਂ ਜਿਹੜੇ ਉਹਨਾਂ ਦੇ ਵਿਹੜੇ ਵਿੱਚ ਸੀ। ਫੈਰੀ ਟੇਲਸ ਅਤੇ ਬੱਚਿਆਂ ਦੇ ਲਈ ਬੈੱਡ ਟਾਈਮ ਕਹਾਣੀਆਂ। ਜੰਗਲੀ ਹੰਸ। ਇੱਕ ਵਾਰ ਦੂਰ ਦੇਸ਼ ਵਿੱਚ 11 ਪੁੱਤਰਾਂ ਤੇ ਇੱਕ ਧੀ ਦੇ ਨਾਲ ਇੱਕ ਰਾਜਾ ਰਹਿੰਦਾ ਸੀ। ਜਦੋਂ ਉਸ ਦੀ ਘਰਵਾਲੀ ਗੁਜ਼ਰ ਗਈ ਤਾਂ ਕੁਝ ਸਮੇਂ ਬਾਅਦ ਰਾਜਾ ਨੇ ਫੇਰ ਤੋਂ ਵਿਆਹ ਕਰ ਲਿਆ। ਉਹ ਇਹ ਨਹੀਂ ਜਾਣਦਾ ਸੀ ਕਿ ਨਵੀਂ ਰਾਣੀ ਅਸਲ ਵਿੱਚ ਇੱਕ ਚੁੜੈਲ ਸੀ। ਉਹ ਰਾਜਾ ਦੀ ਪਹਿਲੀ ਘਰਵਾਲੀ ਤੇ ਬੱਚਿਆਂ ਨੂੰ ਪਸੰਦ ਨਹੀਂ ਕਰਦੀ ਸੀ। ਉਹ ਹਮੇਸ਼ਾ ਉਹਨਾਂ ਦੇ ਬਾਰੇ 'ਚ ਰਾਜਾ ਨੂੰ ਸ਼ਿਕਾਇਤ ਕਰਦੀ ਰਹਿੰਦੀ ਤੇ ਉਹਨਾਂ ਨੂੰ ਮਹਿਲ ਤੋਂ ਬਾਹਰ ਕੱਢਣ ਦੇ ਨਵੇਂ-ਨਵੇਂ ਤਰੀਕੇ ਲੱਭਦੀ ਰਹਿੰਦੀ। ਬੱਚੇ ਬੜੇ ਬਦਮਾਸ਼ ਨੇ, ਨੌਕਰਾਣੀਆਂ ਰੋਜ਼ ਉਹਨਾਂ ਦੀਆਂ ਸ਼ਿਕਾਇਤਾਂ ਕਰਦੀਆਂ ਨੇ। ਨਵੀਂ ਰਾਣੀ ਨੇ ਬਹੁਤ ਸ਼ਿਕਾਇਤਾਂ ਕੀਤੀਆਂ। ਹੌਲੀ-ਹੌਲੀ ਰਾਜਾ ਨੂੰ ਇਹਨਾਂ ਅਫਵਾਹਾਂ ਤੇ ਵਿਸ਼ਵਾਸ ਹੋਣ ਲੱਗਾ। ਸਭ ਤੋਂ ਪਹਿਲਾਂ ਰਾਜਾ ਨੇ ਆਪਣੀ ਧੀ ਨੂੰ ਨੇੜੇ ਦੇ ਖੇਤ ਵਿੱਚ ਭੇਜ ਦਿੱਤਾ। ਉਹ 15 ਸਾਲ ਦੀ ਉਮਰ ਤੱਕ ਕਿਸਾਨ ਪਰਿਵਾਰ ਦੇ ਨਾਲ ਰਹਿਣ ਵਾਲੀ ਸੀ। ਮਾੜੇ ਦਿਲ ਵਾਲੀ ਰਾਣੀ ਮੁੰਡਿਆਂ ਨੂੰ ਵੀ ਦੂਰ ਭੇਜਣਾ ਚਾਹੁੰਦੀ ਸੀ, ਪਰ ਉਹ ਬਹੁਤ ਛੋਟੇ ਸੀ, ਇਸ ਲਈ ਰਾਜਾ ਨੇ ਮਨਜ਼ੂਰੀ ਨਹੀਂ ਦਿੱਤੀ। ਪਰ ਉਸਨੇ ਉਹਨਾਂ ਨੂੰ ਆਪਣੇ ਕਮਰੇ ਤੋਂ ਬਾਹਰ ਆਉਣ ਤੋਂ ਮਨਾ ਕਰ ਦਿੱਤਾ। ਇੱਕ ਰਾਤ ਰਾਣੀ ਉਹਨਾਂ ਦੇ ਕਮਰੇ 'ਚ ਆਈ ਤੇ ਇੱਕ ਮੰਤਰ ਨਾਲ ਉਹਨਾਂ ਨੂੰ 11 ਜੰਗਲੀ ਹੰਸਾਂ ਵਿੱਚ ਬਦਲ ਦਿੱਤਾ। ਉਸਨੇ ਫਿਰ ਬਾਰੀ ਖੋਲੀ ਤੇ ਕਮਰੇ ਤੋਂ ਬਾਹਰ ਚਲੀ ਗਈ। ਮੁੰਡੇ ਜੋ ਹੁਣ ਜੰਗਲੀ ਹੰਸ ਸੀ, ਬਾਰੀ ਤੋਂ ਬਾਹਰ ਉੱਡ ਗਏ। ਸਾਲਾਂ ਬੀਤ ਚੁੱਕੇ ਸੀ ਤੇ ਕੁੜੀ ਹੁਣ 15 ਸਾਲਾਂ ਦੀ ਹੋ ਚੁੱਕੀ ਸੀ। ਉਸੇ ਦਿਨ ਉਹ ਮਹਿਲ 'ਚ ਵਾਪਸ ਆਈ। ਜਦ ਉਹ ਆਪਣੇ ਪਿਓ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੀ ਸੀ, ਮਤਰੇਈ ਮਾਂ ਰਾਣੀ ਨੇ ਉਸ ਨੂੰ ਵੇਖ ਲਿਆ। ਇਹ ਵੇਖ ਕੇ ਕਿ ਉਹ ਹੁਣ ਬਹੁਤ ਸੋਹਣੀ ਮੁਟਿਆਰ ਬਣ ਗਈ ਹੈ, ਰਾਣੀ ਉਸ ਤੋਂ ਈਰਖਾ ਕਰਨ ਲੱਗੀ ਤੇ ਨਾਲੇ ਉਸ ਦੇ ਮਨ ਵਿੱਚ ਇਹ ਗੱਲ ਵੀ ਚੁੱਭ ਰਹੀ ਸੀ ਕਿ ਉਹ ਮਹਿਲ 'ਚ ਵਾਪਸ ਕਿਉਂ ਆ ਗਈ ਹੈ। ਆਪਣੇ ਪਿਤਾ ਦੇ ਮਹਿਲ ਵਿੱਚ ਵਾਪਸ ਆਉਣ ਦਾ ਇੰਤਜ਼ਾਰ ਕਰਦੇ ਕਰਦੇ ਰਾਜਕੁਮਾਰੀ ਨੂੰ ਪਤਾ ਹੀ ਨਹੀਂ ਚੱਲਿਆ ਕਦ ਉਸ ਨੂੰ ਨੀਂਦਰ ਆ ਗਈ। ਰਾਣੀ ਉਸ ਦੇ ਕਮਰੇ 'ਚ ਗਈ ਤੇ ਉਸ ਤੇ ਜਾਦੂ ਕਰ ਦਿੱਤਾ। ਅਚਾਨਕ ਰਾਜਕੁਮਾਰੀ ਦੇ ਵਾਲ ਗੰਦੇ ਹੋ ਗਏ, ਉਸ ਦਾ ਚਿਹਰਾ ਬਦਸ਼ਕਲਾ ਹੋ ਗਿਆ ਤੇ ਹੁਣ ਸਭ ਕੁਝ ਕਾਲਾ ਹੋ ਗਿਆ ਸੀ। ਰਾਜਾ ਜਦੋਂ ਮਹਿਲ ਵਿੱਚ ਵਾਪਸ ਆਇਆ ਤਾਂ ਇਹ ਪਤਾ ਚੱਲਣ ਤੇ ਕਿ ਉਸ ਦੀ ਧੀ ਵਾਪਸ ਆ ਗਈ ਹੈ, ਉਹ ਬਹੁਤ ਖੁਸ਼ ਹੋਇਆ। ਪਰ ਜੋ ਕੁੜੀ ਉੱਥੇ ਸੁੱਤੀ ਪਈ ਸੀ, ਉਹ ਤੇ ਬਿਲਕੁਲ ਉਸ ਦੀ ਧੀ ਵਰਗੀ ਨਹੀਂ ਲੱਗਦੀ ਸੀ। ਇਹ ਮੇਰੀ ਧੀ ਨਹੀਂ ਹੈ। ਮੈਂ ਉਸ ਨੂੰ ਐਸੇ ਵੇਲੇ ਇਸ ਮਹਿਲ ਚੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹਾਂ। ਇਹ ਹੁਕਮ ਦੇ ਕੇ ਰਾਜਾ ਕਮਰੇ ਤੋਂ ਬਾਹਰ ਨਿਕਲ ਗਿਆ। ਰਾਜਾ ਦੇ ਪਹਿਰੇਦਾਰਾਂ ਨੇ ਰਾਜਕੁਮਾਰੀ ਨੂੰ ਜਗਾਇਆ ਤੇ ਉਸ ਨੂੰ ਮਹਿਲ ਤੋਂ ਬਾਹਰ ਲੈ ਗਏ। ਉਸ ਦੀ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਉਹਨਾਂ ਨੇ ਉਸ ਨੂੰ ਇੱਕ ਵਾਰ ਵੀ ਰਾਜਾ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਵਿਚਾਰੀ ਰਾਜਕੁਮਾਰੀ ਰੋਂਦੇ ਰੋਂਦੇ ਚਲੀ ਗਈ, ਕਿਉਂਕਿ ਹੁਣ ਉਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੈਨੂੰ ਘੱਟੋ ਘੱਟ ਆਪਣੇ ਭਰਾਵਾਂ ਨੂੰ ਲੱਭਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਇਕੱਠੇ ਹੁੰਦੇ ਤਾਂ ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ ਸੀ। ਜੰਗਲ ਵਿੱਚ ਟਹਿਲਦੇ ਹੋਏ ਰਾਜਕੁਮਾਰੀ ਨੂੰ ਇੱਕ ਬੁੱਢੀ ਮਿਲੀ। ਉਸਨੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਪੁੱਛਿਆ, ਕੀ ਤੁਸੀਂ 11 ਨੌਜਵਾਨ ਰਾਜਕੁਮਾਰਾਂ ਨੂੰ ਇੱਥੇ ਵੇਖਿਆ? ਮੇਰੀ ਪਿਆਰੀ ਬੱਚੀ, ਮੈਂ 11 ਰਾਜਕੁਮਾਰ ਤਾਂ ਨਹੀਂ ਵੇਖੇ, ਪਰ ਮੈਂ ਹਰ ਸ਼ਾਮ 11 ਜੰਗਲੀ ਹੰਸ ਜ਼ਰੂਰ ਵੇਖੇ ਨੇ। ਉਹ ਇੱਥੇ ਕਿਨਾਰੇ ਤੇ ਹੀ ਰਹਿੰਦੇ ਨੇ। ਨੌਜਵਾਨ ਰਾਜਕੁਮਾਰੀ ਉਦਾਸ ਹੋ ਕੇ ਉੱਥੋਂ ਚਲੀ ਗਈ ਤੇ ਕਿਨਾਰੇ ਤੇ ਪਹੁੰਚੀ
ਸੂਰਜ ਢਲਣ ਦੇ ਨੇੜੇ ਤੇੜੇ 11 ਜੰਗਲੀ ਹੰਸ ਜਿਨ੍ਹਾਂ ਦੇ ਬਾਰੇ 'ਚ ਬੁੱਢੀ ਦੱਸ ਰਹੀ ਸੀ ਉੱਥੇ ਆ ਗਏ। ਸੂਰਜ ਢਲਣ ਤੋਂ ਬਾਅਦ 11 ਹੰਸ 11 ਸੋਹਣੇ ਰਾਜਕੁਮਾਰਾਂ ਦੇ ਵਿੱਚ ਬਦਲ ਗਏ, ਜਿਸ ਨੂੰ ਵੇਖ ਕੇ ਰਾਜਕੁਮਾਰੀ ਹੈਰਾਨ ਰਹਿ ਗਈ। ਉਸ ਨੌਜਵਾਨ ਕੁੜੀ ਨੇ ਆਪਣੇ ਭਰਾਵਾਂ ਨੂੰ ਉਸੇ ਵੇਲੇ ਪਛਾਣ ਲਿਆ ਤੇ ਉਹ ਉਹਨਾਂ ਵੱਲ ਭੱਜਣ ਲੱਗੀ। ਜਦੋਂ ਭੱਜ ਰਹੀ ਸੀ ਤਾਂ ਉਹ ਇੱਕ ਵਾਰੀ ਫੇਰ ਤੋਂ ਇੱਕ ਸੋਹਣੀ ਰਾਜਕੁਮਾਰੀ ਵਿੱਚ ਬਦਲ ਗਈ ਤੇ ਬੇਸ਼ੱਕ ਉਹਦੇ ਭਰਾਵਾਂ ਨੇ ਤੁਰੰਤ ਉਹਨੂੰ ਪਛਾਣ ਲਿਆ। ਖੁਸ਼ੀ ਤੇ ਉਤਸ਼ਾਹ ਨਾਲ ਉਹ ਇੱਕ ਦੂਜੇ ਦੇ ਗਲ ਲੱਗੇ। ਦੁਸ਼ਟ ਰਾਣੀ ਦਾ ਜਾਦੂ ਟੁੱਟ ਗਿਆ। ਇਹ ਉਹਨਾਂ ਦੇ ਪਰਿਵਾਰਕ ਪ੍ਰੇਮ ਦੀ ਤਾਕਤ ਸੀ। ਗਿਆਰਾਂ ਰਾਜਕੁਮਾਰਾਂ ਨੇ ਨੌਜਵਾਨ ਰਾਜਕੁਮਾਰੀ ਨੂੰ ਆਪਣੀ ਕਹਾਣੀ ਸੁਣਾਈ ਕਿ ਉਹ ਸਿਰਫ ਰਾਤ ਵਿੱਚ ਇਨਸਾਨ ਹੋ ਸਕਦੀ ਸੀ ਤੇ ਸਵੇਰ ਹੁੰਦੇ ਹੀ ਉਹ 11 ਜੰਗਲੀ ਹੰਸਾਂ ਵਿੱਚ ਬਦਲ ਜਾਂਦੇ ਸੀ। ਤੇ ਕਿਉਂਕਿ ਹੁਣ ਸਵੇਰ ਤਕਰੀਬਨ ਖਤਮ ਹੋ ਚੁੱਕੀ ਸੀ, ਉਹਨਾਂ ਨੇ ਉਸ ਨੂੰ ਆਪਣੇ ਨਾਲ ਲੈ ਜਾਣ ਦਾ ਫੈਸਲਾ ਕੀਤਾ। ਉਹਨਾਂ ਨੇ ਕਿਸ਼ਤੀ ਵਰਗੀ ਇੱਕ ਟੋਕਰੀ ਬਣਾਈ, ਉਹਦੇ ਵਿੱਚ ਉਸ ਨੂੰ ਬਿਠਾਇਆ ਤੇ ਜਦੋਂ ਉਹ ਤਿਆਰ ਸੀ, ਸੂਰਜ ਉੱਤੇ ਆਇਆ ਤੇ ਇੱਕ ਵਾਰ ਫਿਰ ਉਹ ਜੰਗਲੀ ਹੰਸਾਂ ਦੇ ਵਿੱਚ ਬਦਲ ਗਏ। ਜੰਗਲੀ ਹੰਸਾਂ ਨੇ ਟੋਕਰੀ ਨੂੰ ਚੁੱਕ ਲਿਆ ਤੇ ਉਹ ਕਿਨਾਰੇ ਤੋਂ ਉੱਡਣ ਲੱਗੇ। ਨੌਜਵਾਨ ਰਾਜਕੁਮਾਰੀ ਨੂੰ ਆਪਣੇ ਭਰਾਵਾਂ ਨਾਲ ਉੜਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ, ਜਿਵੇਂ ਕਿ ਇਹ ਕੋਈ ਸੁਪਨਾ ਹੋਵੇ। ਥੋੜੀ ਦੇਰ ਬਾਅਦ ਉਹ ਸੌਂ ਗਈ। ਆਪਣੇ ਸੁਪਨੇ ਵਿੱਚ ਉਸਨੇ ਬੱਦਲਾਂ ਵਿੱਚੋਂ ਇੱਕ ਪਰੀ ਨੂੰ ਵੇਖਿਆ। ਜੇ ਤੂੰ ਚਾਹੁੰਦੀ ਹੈ ਕਿ ਤੇਰੇ ਭਰਾ ਹਮੇਸ਼ਾ ਵਾਸਤੇ ਪਹਿਲਾਂ ਵਰਗੇ ਬਣ ਜਾਣ ਤਾਂ ਤੈਨੂੰ ਬਿਛੂਆ ਪੀੜ ਦੇ ਧਾਗੇ ਤੋਂ ਉਹਨਾਂ ਦੇ ਲਈ ਜੈਕਟ ਬਣਾਉਣੀ ਹੋਣਗੀ। ਪਰ ਜਦ ਤੱਕ ਤੂੰ ਸਭ ਦੇ ਲਈ ਜੈਕਟ ਨਹੀਂ ਬਣਾ ਲੈਂਦੀ, ਉਦੋਂ ਤੱਕ ਇਸ ਦੇ ਬਾਰੇ 'ਚ ਕਿਸੇ ਨੂੰ ਵੀ ਨਹੀਂ ਦੱਸਣਾ, ਨਹੀਂ ਤਾਂ ਇਹ ਹਮੇਸ਼ਾ ਦੇ ਲਈ ਹੰਸ ਬਣ ਕੇ ਹੀ ਰਹਿ ਜਾਣਗੇ। ਇਹ ਸਲਾਹ ਦੇਣ ਤੋਂ ਬਾਅਦ ਪਰੀ ਗਾਇਬ ਹੋ ਗਈ। ਮੁਟਿਆਰ ਰਾਜਕੁਮਾਰੀ ਨੇ ਆਪਣੇ ਭਰਾਵਾਂ ਨੂੰ ਆਪਣੇ ਸੁਪਨੇ ਦੇ ਬਾਰੇ ਕੁਝ ਨਹੀਂ ਦੱਸਿਆ। ਉਸ ਦੇ ਭਰਾਵਾਂ ਨੇ ਉਸ ਨੂੰ ਨੇੜੇ ਦੀ ਜ਼ਮੀਨ ਤੇ ਛੱਡ ਦਿੱਤਾ ਤੇ ਛੇਤੀ ਵਾਪਸ ਆਉਣ ਦਾ ਵਾਅਦਾ ਕਰਕੇ ਉਹ ਉੱਡ ਗਏ। ਰਾਜਕੁਮਾਰੀ ਨੇ ਜੈਕਟ ਦੇ ਲਈ ਚੁੱਭਣ ਵਾਲਾ ਰੇਸ਼ਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਪਰ ਹਰ ਵਾਰ ਜਦੋਂ ਉਹ ਰੇਸ਼ੇ ਨੂੰ ਹੱਥ ਲਾਉਂਦੀ, ਉਹਦੇ ਹੱਥ ਜ਼ਖਮੀ ਹੋ ਜਾਂਦੇ। ਪਰ ਉਸਨੇ ਦਰਦ ਦੀ ਪਰਵਾਹ ਨਹੀਂ ਕੀਤੀ ਤੇ ਰੇਸ਼ਾ ਇਕੱਠਾ ਕਰਦੀ ਰਹੀ। ਅਚਾਨਕ ਉਸਨੂੰ ਇੱਕ ਰਾਜਕੁਮਾਰ ਨੇ ਵੇਖਿਆ ਜੋ ਸ਼ਿਕਾਰ ਕਰ ਰਿਹਾ ਸੀ। ਰਾਜਕੁਮਾਰ ਰਾਜਕੁਮਾਰੀ ਦੇ ਰੂਪ ਤੇ ਮਹਿਲ ਹੋ ਗਿਆ ਤੇ ਇਸੇ ਲਈ ਰਾਜਕੁਮਾਰੀ ਨਾਲ ਗੱਲ ਕਰਨ ਦਾ ਬਹਾਨਾ ਲੱਭਣ ਦੇ ਲਈ ਉਹ ਉਸੇ ਰਸਤੇ ਤੋਂ ਲੰਘਣ ਲੱਗਾ। ਹੇ ਸੋਹਣੀ ਮੁਟਿਆਰੇ, ਅੱਜ ਪਹਿਲੀ ਵਾਰ ਮੈਂ ਤੁਹਾਨੂੰ ਇੱਥੇ ਵੇਖ ਰਿਹਾ ਹਾਂ। ਤੁਸੀਂ ਆਪਣੇ ਨਾਜ਼ੁਕ ਹੱਥਾਂ ਨਾਲ ਚੁੱਭਣ ਵਾਲੇ ਰੇਸ਼ੇ ਕਿਉਂ ਇਕੱਠਾ ਕਰ ਰਹੇ ਹੋ? ਪਰ ਕਿਉਂਕਿ ਰਾਜਕੁਮਾਰੀ ਆਪਣੀ ਯੋਜਨਾ ਦੇ ਬਾਰੇ ਕਿਸੇ ਨੂੰ ਦੱਸ ਨਹੀਂ ਸਕਦੀ ਸੀ, ਸੋ ਉਹਨੇ ਕੋਈ ਜਵਾਬ ਨਾ ਦਿੱਤਾ। ਮੈਂ ਇਸ ਰਾਜ ਦਾ ਰਾਜਕੁਮਾਰ ਹਾਂ ਤੇ ਮੈਂ ਤੁਹਾਨੂੰ ਆਪਣੇ ਮਹਿਲ ਵਿੱਚ ਆਉਣ ਦਾ ਸੱਦਾ ਦੇਣਾ ਚਾਹੁੰਦਾ ਹਾਂ। ਰਾਜਕੁਮਾਰੀ ਨੇ ਬੁਲਾਵਾ ਸਵੀਕਾਰ ਕੀਤਾ, ਇਹ ਸੋਚ ਕੇ ਕਿ ਉਹ ਮਹਿਲ ਵਿੱਚ ਜ਼ਿਆਦਾ ਸੁਰੱਖਿਅਤ ਰਹੇਗੀ ਤੇ ਇਸ ਨਾਲ ਉਹ ਆਪਣੇ ਭਰਾਵਾਂ ਨੂੰ ਛੇਤੀ ਬਚਾ ਵੀ ਸਕੇਗੀ। ਮਹਿਲ ਵਿੱਚ ਆਪਣੇ ਦਿਨ ਬਿਤਾਉਂਦੇ ਹੋਏ ਰਾਜਕੁਮਾਰੀ ਨੇ ਚੁੱਪ-ਚੁਪੀਤੇ ਆਪਣੇ ਭਰਾਵਾਂ ਦੇ ਲਈ ਬਿਛਵਾ ਤੋਂ ਜੈਕਟ ਬਣਾਉਣਾ ਜਾਰੀ ਰੱਖਿਆ। ਪਰ ਇੱਕ ਦਿਨ ਰਾਜਕੁਮਾਰ ਦੇ ਚਚੇਰੇ ਭਰਾ ਨੇ ਰਾਜਕੁਮਾਰੀ ਨੂੰ ਚੁੱਭਣ ਵਾਲੇ ਜਾਲ ਨਾਲ ਕੱਪੜਾ ਸਿਲਾਈ ਕਰਦੇ ਵੇਖ ਲਿਆ ਤੇ ਇਸੇ ਲਈ ਉਸਨੇ ਸੋਚਿਆ ਕਿ ਉਹ ਕੋਈ ਚੁੜੈਲ ਹੈ। ਉਸਨੇ ਮਹਿਲ ਵਿੱਚ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਉਹ ਗ੍ਰਿਫਤਾਰ ਹੋ ਜਾਵੇ। ਸ਼ੁਰੂਆਤ ਵਿੱਚ ਰਾਜਕੁਮਾਰ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਸੀ, ਪਰ ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਗਿਆ, ਉਸ ਦੇ ਮਨ ਵਿੱਚ ਵੀ ਸ਼ੰਕਾ ਪੈਦਾ ਹੋਣ ਲੱਗੀ ਤੇ ਇੱਕ ਰਾਤ ਉਹਨੇ ਰਾਜਕੁਮਾਰੀ ਦਾ ਪਿੱਛਾ ਕੀਤਾ ਜਦੋਂ ਮਹਿਲ ਤੋਂ ਬਾਹਰ ਜੰਗਲ ਵੱਲ ਜਾ ਰਹੀ ਸੀ। ਤਾਂ ਇਹ ਅਫਵਾਹਾਂ ਸੱਚ ਸਨ। ਜੇ ਉਹ ਚੁੜੇਲ ਨਹੀਂ ਹੈ ਤਾਂ ਇਹਨੇ ਚੁੱਭਣ ਵਾਲੇ ਰੇਸ਼ੇ ਨੂੰ ਇਕੱਠਾ ਕਿਉਂ ਕਰ ਰਹੀ ਹੈ? ਉਹ ਜ਼ਰੂਰ ਕੋਈ ਜਾਦੂ ਕਰਨ ਲਈ ਇਹਨਾਂ ਨੂੰ ਇਕੱਠਾ ਕਰ ਰਹੀ ਹੈ। ਉਹਨੇ ਤੁਰੰਤ ਆਪਣੇ ਪਹਿਰੇਦਾਰਾਂ ਨੂੰ
ਉਹਨੂੰ ਫੜ ਕੇ ਕਾਲ ਕੋਠਰੀ ਵਿੱਚ ਪਾਉਣ ਦਾ ਹੁਕਮ ਦਿੱਤਾ। ਕਾਲ ਕੋਠਰੀ ਵਿੱਚ ਵੀ ਮੁਟਿਆਰ ਰਾਜਕੁਮਾਰੀ ਨੇ ਚੁਪਕੇ ਜੈਕਟ ਬਣਾਉਣਾ ਜਾਰੀ ਰੱਖਿਆ ਤੇ ਆਖਰਕਾਰ ਇੱਕ ਦਿਨ ਉਹਨੇ ਸਾਰੇ ਜੈਕਟ ਤਿਆਰ ਕਰ ਲਏ। ਅਗਲੇ ਦਿਨ ਉਹ ਰਾਜਕੁਮਾਰੀ ਨੂੰ ਉਸ ਦੇ ਮੁਕੱਦਮੇ ਦੀ ਕਾਰਵਾਈ ਦੇ ਲਈ ਸ਼ਹਿਰ ਦੇ ਕੇਂਦਰ ਵਿੱਚ ਲੈ ਗਏ। ਉਹਨੂੰ ਇੱਥੇ ਮੁਕੱਦਮੇ ਦੇ ਅੰਤ ਵਿੱਚ ਸਜ਼ਾ ਦਿੱਤੀ ਜਾਣੀ ਸੀ, ਪਰ ਉਸੇ ਵੇਲੇ ਜਦੋਂ ਜੱਜ ਆਪਣੇ ਫੈਸਲੇ ਦੀ ਘੋਸ਼ਣਾ ਕਰਨ ਵਾਲਾ ਸੀ, ਅਚਾਨਕ 11 ਜੰਗਲੀ ਹੰਸਾਂ ਨੇ ਉਹਨਾਂ ਦੇ ਕੋਲ ਅਸਮਾਨ ਵਿੱਚ ਉਡਾਨ ਭਰੀ। ਜੰਗਲੀ ਹੰਸਾਂ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਮੇਰੇ ਵੀਰੇ, ਤੁਸੀਂ ਲੋਕ ਆ ਗਏ। ਜੈਕਟ ਮੇਰੀ ਸਕਰਟ ਦੇ ਥੱਲੇ ਹੈ, ਉਹਨੂੰ ਛੇਤੀ ਪਾ ਲਓ। ਸਾਰੇ ਭਰਾਵਾਂ ਨੇ ਜੈਕਟ ਪਾ ਲਏ ਜੋ ਉਹਨਾਂ ਦੀ ਭੈਣ ਦੀ ਸਕਰਟ ਦੇ ਥੱਲੇ ਸੀ, ਤੇ ਪਾਉਂਦੇ ਸਾਰ ਇੱਕ ਤੋਂ ਬਾਅਦ ਇੱਕ ਸਾਰੇ ਹੰਸ ਰਾਜਕੁਮਾਰ ਵਿੱਚ ਬਦਲਦੇ ਗਏ। ਬਦਕਿਸਮਤੀ ਨਾਲ ਸਿਰਫ ਇੱਕ ਜੈਕਟ ਵਿੱਚ ਹੱਥਾਂ ਦੇ ਲਈ ਚੁਭਣ ਵਾਲਾ ਰੇਸ਼ਾ ਪੂਰਾ ਨਹੀਂ ਸੀ ਹੋਇਆ। ਸਭ ਤੋਂ ਛੋਟੇ ਭਰਾ ਦੇ ਹੱਥ ਜੰਗਲੀ ਹੰਸ ਦੇ ਪੰਖਾਂ ਦੇ ਰੂਪ ਵਿੱਚ ਰਹਿ ਗਏ। ਦੁਬਾਰਾ ਇਨਸਾਨ ਬਣਨ ਦੇ ਬਾਅਦ ਰਾਜਕੁਮਾਰ ਨੇ ਜੱਜ ਤੇ ਲੋਕਾਂ ਦੇ ਨਾਲ ਜੋ ਕੁਝ ਵੀ ਹੋਇਆ ਸੀ, ਉਹ ਸੱਚਾਈ ਨੂੰ ਸਾਹਮਣੇ ਲਿਆਉਣਾ ਸ਼ੁਰੂ ਕੀਤਾ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਭੈਣ ਬੇਗੁਨਾਹ ਸੀ। ਰਾਜਕੁਮਾਰ ਨੇ ਵੀ ਮੰਨ ਲਿਆ ਕਿ ਉਹ ਚੁੜੈਲ ਨਹੀਂ ਸੀ। ਉਸਨੇ ਉਹਦੇ ਤੋਂ ਮਾਫੀ ਮੰਗੀ। ਆਪਣੇ ਭਰਾਵਾਂ ਦੀ ਆਜ਼ਾਦੀ ਦੀ ਖੁਸ਼ੀ ਵਿੱਚ ਉਹਨੇ ਰਾਜਕੁਮਾਰ ਨੂੰ ਮਾਫ ਕਰ ਦਿੱਤਾ। ਸਾਰੇ ਇਕੱਠੇ ਮਹਿਲ ਵਿੱਚ ਵਾਪਸ ਆ ਗਏ। ਰਾਜਕੁਮਾਰ ਨੇ ਰਾਜਕੁਮਾਰੀ ਦੇ ਅੱਗੇ ਵਿਆਹ ਦੀ ਪੇਸ਼ਕਸ਼ ਕੀ ਰੱਖੀ। ਤੁਸੀਂ ਮੇਰੇ ਨਾਲ ਵਿਆਹ ਕਰਨਾ ਚਾਹੋਗੀ ਰਾਜਕੁਮਾਰੀ? ਹਾਂ ਮੇਰੇ ਰਾਜਕੁਮਾਰ, ਪਰ ਪਹਿਲਾਂ ਮੈਨੂੰ ਆਪਣੇ ਭਰਾਵਾਂ ਦੇ ਨਾਲ ਆਪਣੇ ਪਿਤਾ ਜੀ ਨੂੰ ਮਿਲਣ ਜਾਣਾ ਚਾਹੀਦਾ ਹੈ। ਇਸ ਤਰ੍ਹਾਂ 11 ਭਰਾ ਆਪਣੇ ਪਿਤਾ ਦੇ ਮਹਿਲ ਵਿੱਚ ਚਲੇ ਗਏ। ਉਹਨਾਂ ਦਾ ਪਿਤਾ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਨਾਲੇ ਹੈਰਾਨ ਵੀ। ਬੱਚਿਆਂ ਨੇ ਜੋ ਕੁਝ ਵੀ ਉਹਨਾਂ ਨਾਲ ਹੋਇਆ ਸੀ ਪਿਤਾ ਨੂੰ ਦੱਸਣਾ ਸ਼ੁਰੂ ਕੀਤਾ। ਛੇਤੀ ਕਰੋ ਤੇ ਰਾਣੀ ਨੂੰ ਫੜ ਕੇ ਮੇਰੇ ਕੋਲ ਲਿਆਓ। ਬੱਚਿਆਂ ਦੇ ਬਾਰੇ ਪਤਾ ਚੱਲਣ ਦੇ ਬਾਅਦ ਦੁਸ਼ਟ ਰਾਣੀ ਨੇ ਆਪਣੇ ਪਕੜੇ ਜਾਣ ਦੇ ਡਰ ਤੋਂ ਲੁਕ ਕੇ ਖੁਦ ਨੂੰ ਕਾਂ ਦੇ ਰੂਪ ਵਿੱਚ ਬਦਲ ਲਿਆ ਸੀ ਤੇ ਉੱਡ ਗਈ ਸੀ। ਉਸ ਤੋਂ ਬਾਅਦ ਉਹ ਕਦੇ ਮਹਿਲ 'ਚ ਵਾਪਸ ਨਹੀਂ ਆਈ। ਨੌਜਵਾਨ ਰਾਜਕੁਮਾਰੀ ਨੇ ਆਪਣੇ ਪਿਤਾ ਤੇ ਭਰਾਵਾਂ ਤੋਂ ਵਿਦਾ ਲਈ ਤੇ ਰਾਜਕੁਮਾਰ ਦੇ ਦੇਸ਼ ਵਾਪਸ ਆ ਗਈ। ਉਹਨਾਂ ਦਾ ਵਿਆਹ ਹੋ ਗਿਆ ਤੇ ਉਹ ਖੁਸ਼ੀ ਰਹਿਣ ਲੱਗੇ। ਪਿਆਰ ਤੇ ਉਮੀਦ ਬਾਰੇ ਜੰਗਲੀ ਹੰਸਾਂ ਦੀ ਕਹਾਣੀ ਪੀੜ੍ਹੀ ਦਰ ਪੀੜ੍ਹੀ ਸੁਣਾਈ ਜਾਂਦੀ ਹੈ। ਸਨੋ ਵਾਈਟ ਤੇ ਬੌਨੀ ਰਾਣੀ। ਇੱਕ ਵਾਰ ਦੂਰ ਦੇਸ਼ ਵਿੱਚ ਹੈਲਾ ਨਾਂ ਦੀ ਇੱਕ ਦੁਸ਼ਟ ਰਾਣੀ ਸੀ। ਇਹ ਰਾਣੀ ਤਕਰੀਬਨ ਹਰ ਰੋਜ਼ ਆਪਣੇ ਕਾਲੇ ਜਾਦੂਈ ਸ਼ੀਸ਼ੇ ਦੇ ਸਾਹਮਣੇ ਖੜੀ ਹੁੰਦੀ ਤੇ ਉਸ ਤੋਂ ਸਵਾਲ ਪੁੱਛਿਆ ਕਰਦੀ, ਕਾਲੇ ਸ਼ੀਸ਼ੇ ਮੈਨੂੰ ਦੱਸ, ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਕੌਣ ਹੈ ਦੁਸ਼ਟ? ਕਾਲਾ ਸ਼ੀਸ਼ਾ ਹਮੇਸ਼ਾ ਇਸ ਸਵਾਲ ਦੇ ਜਵਾਬ ਵਿੱਚ ਹੈਲਾ ਦੇ ਆਪਣੇ ਅਕਸ ਨੂੰ ਦਰਸਾਉਂਦਾ। ਬੇਸ਼ੱਕ ਮੈਂ ਹੀ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਦੁਸ਼ਟ ਹਾਂ। ਇਸ ਤਰ੍ਹਾਂ ਮੈਨੂੰ ਉਹ ਸਭ ਕੁਝ ਮਿਲ ਸਕਦਾ ਹੈ ਜੋ ਮੈਂ ਚਾਹੁੰਦੀ ਹਾਂ। ਹੈਲਾ ਇਸ ਦੁਨੀਆ ਦੀ ਸਭ ਤੋਂ ਸੋਹਣੀ ਜਨਾਨੀ ਬਣਨਾ ਚਾਹੁੰਦੀ ਸੀ, ਖਤਰਨਾਕ ਜਾਦੂਈ ਮੰਤਰਾਂ ਦੇ ਜ਼ਰੀਏ। ਹਾਲਾਂਕਿ ਉਹ ਸਨੋ ਵਾਈਟ ਦੀ ਸੁੰਦਰਤਾ ਨੂੰ ਟੱਕਰ ਨਹੀਂ ਦੇ ਸਕੀ ਜੋ ਉਸ ਤੋਂ ਕਿਤੇ ਜ਼ਿਆਦਾ ਸੋਹਣੀ ਸੀ। ਮੇਰੇ ਨਵੇਂ ਮੰਤਰ ਨੂੰ ਧੰਨਵਾਦ। ਹੁਣ ਮੈਂ ਸਨੋ ਵਾਈਟ ਤੋਂ ਵੀ ਵੱਧ ਸੋਹਣੀ ਨਜ਼ਰ ਆਵਾਂਗੀ। ਮੇਰੀ ਆਦਰਯੋਗ ਰਾਣੀ, ਕੀ ਤੁਹਾਡਾ ਇਹ ਨਵਾਂ ਮੰਤਰ ਮਾੜਾ ਜਿਹਾ ਖਤਰਨਾਕ ਨਹੀਂ ਹੈ? ਮੈਂ ਤੇਰੇ ਕੋਲ ਬੈਠਣ ਦੀ ਬਜਾਏ ਇਸ ਖਤਰੇ ਨੂੰ ਮੁੱਲ ਲੈਣਾ ਪਸੰਦ ਕਰਾਂਗੀ ਡੰਕਾਓ। ਹੈਲਾ ਪੋਸ਼ਨ ਦੀ ਬੋਤਲਾਂ ਦੇ ਕੋਲ ਗਈ। ਉਸਨੇ ਬੈਂਗਣੀ ਪੋਸ਼ਨ ਦੀ ਬੋਤਲ ਚੱਕੀ। ਇਸ ਕਾੜੇ ਦੇ ਨਾਲ ਜੋ ਉਸਨੇ ਤਿਆਰ ਕੀਤਾ ਸੀ
ਉਹ ਸੀ ਖੁਦ ਨੂੰ ਬੌਨੇ ਵਿੱਚ ਬਦਲ ਕੇ ਅਦ੍ਰਿਸ਼ ਹੋਣ ਦੇ ਤਾਜ ਦੀ ਚੋਰੀ ਕਰਨਾ ਤੇ ਤਾਜ ਦੀ ਸ਼ਕਤੀ ਦੀ ਵਰਤੋਂ ਕਰਕੇ ਸਨੋ ਵਾਈਟ ਦੀ ਖੂਬਸੂਰਤੀ ਨੂੰ ਬਰਬਾਦ ਕਰਨਾ। ਪਰ ਸਨੋ ਵਾਈਟ, ਜੋ ਉਸ ਵੇਲੇ ਦੇਸ਼ ਦੇ ਦੂਜੇ ਹਿੱਸੇ ਵਿੱਚ ਇੱਕ ਸ਼ਾਨਦਾਰ ਚਿੱਟੇ ਮਹਿਲ ਵਿੱਚ ਰਹਿ ਰਹੀ ਸੀ ਤੇ ਆਪਣੇ ਬੌਨੇ ਦੋਸਤਾਂ ਦੇ ਨਾਲ ਮਸਤੀ ਕਰ ਰਹੀ ਸੀ। ਤਾਂ ਠੀਕ ਹੈ, ਸਾਰੇ ਲੋਕੀ ਸਹੀ ਜਗ੍ਹਾ ਤੇ ਨੇ। ਹਾਂ ਮੇਰੀ ਰਾਜਕੁਮਾਰੀ। ਤਾਂ ਫਿਰ ਮੈਂ ਸ਼ੁਰੂ ਕਰਦੀ ਹਾਂ। ਸਨੋ ਵਾਈਟ ਨੂੰ ਟੈਲੀਫੋਨ ਟੰਗ ਟਵਿਸਟ ਨਾਂ ਦਾ ਖੇਡ ਬਹੁਤ ਪਸੰਦ ਸੀ। ਇਸ ਗੇਮ ਵਿੱਚ ਦੋਸਤ ਇੱਕ ਲਾਈਨ ਬਣਾਉਂਦੇ ਹਨ ਤੇ ਟੰਗ ਟਵਿਸਟਰ ਨੂੰ ਸਹੀ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਜੋ ਪਹਿਲਾ ਬੰਦਾ ਅਖੀਰਲੇ ਬੰਦੇ ਨੂੰ ਫੁਸਫੁਸਾਉਂਦਾ ਹੈ, ਅੰਤ ਵਿੱਚ ਹਰ ਕੋਈ ਹਾਸਾ ਮਖੌਲ ਕਰਦਾ ਹੈ ਕਿਉਂਕਿ ਅਖੀਰੀ ਬੰਦਾ ਟੰਗ ਟਵਿਸਟਰ ਨੂੰ ਸਹੀ ਨਹੀਂ ਕਰ ਸਕਦਾ। ਜ਼ਰਾ ਮੈਨੂੰ ਸੋਚਣ ਦਿਓ। ਲੱਭ ਲਿਆ। ਚੈਨ ਕੁਲੀ ਕੀ ਮੈਨ ਕੁਲੀ, ਮੈਨ ਕੁਲੀ ਕੀ ਚੈਨ ਕੁਲੀ। ਓਏ ਇਹ ਮੁਸ਼ਕਲ ਹੈ। ਮੇਨ ਕੁਲੀ की चेन खुली, चेन कुली की मेन खुली। चैन मुली की मैन मुली, मैन मुली की चैन मुली। मैन खुली की चैन खुली, चैन खुली की मैन खुली। खुली चैन की मैन खुली, चैन की मैन खुली। नींद खुली चैन खुली, खुली नींद चैन खुली। खुली नींद मिली नींद, मिली नींद खुली नींद। ਤਾਂ ਸ਼ਾਈ ਦੱਸ, ਟੰਗ ਟਵਿਸਟਰ ਕੀ ਹੈ? मिली नींद खुली नींद, खुली नींद मिली नींद। तू कदी इसका अंदाजा नहीं ला पाएगा शाही। ए शुरू विच की सी? चैन कुली की मैन कुली, मैन कुली की चैन कुली। ओए नहीं। ਇੱਧਰ ਸਨੋ ਵਾਈਟ ਦੇ ਮਹਿਲ ਵਿੱਚ ਜਿਵੇਂ ਜਿਵੇਂ ਮਸਤੀ ਭਰੇ ਦਿਨ ਗੁਜ਼ਰ ਰਹੇ ਸੀ, ਦੁਸ਼ਟ ਹੈਲਾ ਆਪਣੀ ਭਿਆਨਕ ਗੁਫਾ ਵਿੱਚ ਉਸ ਖਤਰਨਾਕ ਕਾੜੇ ਨੂੰ ਪੀਣ ਵਾਲੀ ਸੀ। ਧਿਆਨ ਨਾਲ ਸੁਣ ਡੰਕੋਵ, ਜਦ ਪੂਰਨਮਾਸ਼ੀ ਹੋਵੇਗੀ ਤਾਂ ਤੈਨੂੰ ਮੈਨੂੰ ਮੇਰੇ ਪੁਰਾਣੇ ਰੂਪ ਵਿੱਚ ਵਾਪਸ ਲਿਆਉਣ ਦੇ ਲਈ ਜਾਦੂ ਦੀ ਰੱਸੀ ਖਿੱਚਣੀ ਹੋਵੇਗੀ, ਤਾਂ ਜੋ ਮੈਂ ਜਦੋਂ ਵੀ ਚਾਹਾਂ ਆਪਣਾ ਇਹ ਵਾਲਾ ਤੇ ਬੌਨੇ ਦਾ ਰੂਪ ਬਦਲ ਸਕਾਂ। ਜਿਵੇਂ ਤੁਸੀਂ ਚਾਹੋ ਮੇਰੀ ਰਾਣੀ। ਜੇ ਤੂੰ ਜਾਦੂ ਦੀ ਰੱਸੀ ਨਹੀਂ ਖਿੱਚੇਂਗਾ ਤਾਂ ਮੈਂ ਅਗਲੀ ਪੂਰਨਮਾਸ਼ੀ ਤੱਕ ਬੌਨੇ ਦੇ ਰੂਪ ਵਿੱਚ ਹੀ ਰਹਿ ਜਾਵਾਂਗੀ। ਮੈਨੂੰ ਧੋਖਾ ਨਾ ਦੇਂ ਡੰਕੋਵ। ਹੈਲਾ ਨੇ ਆਪਣੇ ਕਾੜੇ ਦਾ ਇੱਕ ਘੁੱਟ ਪੀਤਾ ਤੇ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੀ। ਜਦ ਉਸਨੇ ਵੇਖਿਆ ਕਿ ਕੁਝ ਨਹੀਂ ਹੋਇਆ ਤਾਂ ਉਸਨੇ ਇੱਕ ਹੋਰ ਘੁੱਟ ਪੀਤਾ ਤੇ ਫਿਰ ਇੱਕ ਹੋਰ ਘੁੱਟ, ਤੇ ਅਚਾਨਕ ਉੱਥੇ ਧੂਏ ਦਾ ਗੁਬਾਰ ਹੋ ਗਿਆ ਤੇ ਫਿਰ ਧੂਏ ਦੇ ਵਿਚਕਾਰ ਦੁਸ਼ਟ ਹੈਲਾ ਆਖਰ ਵਿੱਚ ਬੌਨੀ ਨਜ਼ਰ ਆਉਣ ਲੱਗੀ। ਮੇਰੀ ਰਾਣੀ, ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਹੁਣ ਮੈਂ ਸਨੋ ਵਾਈਟ ਦੇ ਮਹਿਲ ਵਿੱਚ ਜਾ ਰਹੀ ਹਾਂ ਡੰਕੋ। ਪੂਰਨਮਾਸ਼ੀ ਨੂੰ ਭੁੱਲੀ ਨਾ। हाँ मेरी छोटी टीनी मिनी रानी। ਕੀ ਕਿਹਾ ਤੂੰ? माफ करना मेरी लम्बी महान रानी। ਹੈਲਾ ਦੇਸ਼ ਦੇ ਸਭ ਤੋਂ ਰਾਜਸੀ ਮਹਿਲ ਦੇ ਲਈ ਨਿਕਲ ਪਈ, ਪਰ ਕਿਉਂਕਿ ਉਸ ਨੂੰ ਇਸ ਤਰ੍ਹਾਂ ਨਾਲ ਜੀਣ ਦੀ ਆਦਤ ਨਹੀਂ ਸੀ, ਤਾਂ ਜੇ ਕੋਈ ਛੋਟਾ ਜਿਹਾ ਪੰਛੀ ਵੀ ਉਸ ਦੇ ਉੱਪਰੋਂ ਉਡਾਨ ਭਰਦਾ ਸੀ ਤਾਂ ਉਹ ਬੁਰੀ ਤਰ੍ਹਾਂ ਨਾਲ ਡਰ ਜਾਂਦੀ ਸੀ। ਕਿਵੇਂ 7 ਬੌਨੇ ਬੇਧੜਕ ਹੋ ਕੇ ਜੰਗਲ ਵਿੱਚ ਰਹਿ ਰਹੇ ਨੇ, ਮੈਂ ਕਦੇ ਨਹੀਂ ਸਮਝ ਸਕਾਂਗੀ। ਓਹ, ਕੁਝ ਦੇਰ ਦੇ ਲਈ ਜੰਗਲ ਦੀ ਸੜਕ ਤੇ ਚੱਲਣ ਤੋਂ ਬਾਅਦ ਆਖਰਕਾਰ ਹੈਲਾ ਮਹਿਲ ਵਿੱਚ ਪਹੁੰਚੀ। ਉਹ ਮਹਿਲ ਵਿੱਚ ਗੁਪਤ ਤਰੀਕੇ ਨਾਲ ਵੜਨ ਵਿੱਚ ਕਾਮਯਾਬ ਰਹੀ, ਬਿਨਾਂ ਕਿਸੇ ਨੂੰ ਪਤਾ ਲੱਗਿਆ। ਉਹ ਮਹਿਲ ਦੇ ਗਲਿਆਰੇ ਦੇ ਕਿਨਾਰੇ ਲੁਕ ਗਈ ਜਿੱਥੇ ਸ਼ਾਹੀ ਤਾਜ ਰੱਖਿਆ ਹੋਇਆ ਸੀ।
ਤਾਜ ਵੇਖ ਕੇ ਉਸ ਦੀਆਂ ਅੱਖਾਂ ਚਮਕ ਉੱਠੀਆਂ। ਤਾਂ ਤੂੰ ਇੱਥੇ ਪਿਆ ਹੈ ਮੇਰੇ ਬੇਸ਼ਕੀਮਤੀ ਤਾਜ। ਦੁਸ਼ਟ ਹੈਲਾ ਨੇ ਬਿਨਾਂ ਸਮਾਂ ਬਰਬਾਦ ਕੀਤਿਆਂ ਤਾਜ ਪਾਇਆ ਤੇ ਉਹ ਹੌਲੀ-ਹੌਲੀ ਗਾਇਬ ਹੋਣ ਲੱਗੀ। ਮੈਨੂੰ ਪਤਾ ਸੀ ਕਿ ਇਹ ਕੰਮ ਕਰੇਗਾ। ਹੈਲਾ ਅਦ੍ਰਿਸ਼ ਰੂਪ ਵਿੱਚ ਹੀ ਮਹਿਲ ਤੋਂ ਬਾਹਰ ਆਈ। ਇਸ ਦਰਮਿਆਨ ਉਸਨੂੰ ਸਨੋ ਵਾਈਟ ਤੇ 7 ਬੌਨਿਆਂ ਦਾ ਸਾਹਮਣਾ ਕਰਨਾ ਪਿਆ ਜੋ ਮਹਿਲ ਦੇ ਬਗੀਚੇ ਵਿੱਚ ਸਮਾਂ ਗੁਜ਼ਾਰ ਰਹੇ ਸੀ। ਬੇਸ਼ੱਕ ਕਿਸੇ ਨੂੰ ਅਹਿਸਾਸ ਨਹੀਂ ਹੋਇਆ ਕਿ ਹੈਲਾ ਉੱਥੇ ਮੌਜੂਦ ਹੈ। ਰਾਤ ਹੋਣ ਤੋਂ ਪਹਿਲਾਂ ਮੈਂ ਆਪਣੀ ਗੁਫਾ ਵਿੱਚ ਜਾਂਦੀ ਹਾਂ ਤੇ ਆਪਣੇ ਪੁਰਾਣੇ ਰੂਪ ਵਿੱਚ ਵਾਪਸ ਆਉਂਦੀ ਹਾਂ। ਤੇ ਬਸ ਉਸੇ ਵੇਲੇ ਸ਼ਾਹੀ ਤਾਜ ਮਹਿਲ ਦੇ ਬਗੀਚੇ ਵਿੱਚ ਇੱਕ ਪੇੜ ਦੀ ਟਹਿਣੀ ਵਿੱਚ ਅਟਕ ਗਿਆ, ਪਰ ਹੈਲਾ ਨੂੰ ਇਹ ਮਹਿਸੂਸ ਨਹੀਂ ਹੋਇਆ। ਇਸ ਵਜ੍ਹਾ ਕਰਕੇ ਬੌਨੀ ਹੈਲਾ ਸਭ ਨੂੰ ਨਜ਼ਰ ਆਉਣ ਲੱਗੀ, ਪਰ ਇਸ ਤੋਂ ਪਹਿਲਾਂ ਕਿ ਉਹ ਇਸ ਨੂੰ ਮਹਿਸੂਸ ਕਰਦੀ, ਸਨੋ ਵਾਈਟ ਨੇ ਉਸ ਨੂੰ ਵੇਖ ਲਿਆ। ਓਏ ਰੁਕੋ, ਕੌਣ ਹੋ ਤੁਸੀਂ? एक और बौना, वो कुछ परेशान से लग रही है। ਜਦ ਹੈਲਾ ਨੇ ਉਹ ਸੁਣਿਆ ਤਾਂ ਉਹ ਉੱਥੇ ਹੀ ਖੜੀ ਰਹਿ ਗਈ ਜਿੱਥੇ ਉਹ ਇੱਕ ਪਲ ਦੇ ਲਈ ਸੀ। ਉਸਨੇ ਆਪਣਾ ਹੱਥ ਆਪਣੇ ਸਿਰ ਤੇ ਘੁਮਾਇਆ ਤੇ ਮਹਿਸੂਸ ਕੀਤਾ ਕਿ ਤਾਜ ਉਸਦੇ ਸਿਰ ਤੇ ਨਹੀਂ ਸੀ। ਹਾਂ, ਮੇਰਾ ਸ਼ਾਹੀ ਤਾਜ। ਸਨੋ ਵਾਈਟ ਪੇੜ ਦੀ ਟਹਿਣੀ ਤੇ ਲਟਕੇ ਹੋਏ ਤਾਜ ਵੱਲ ਵਧੀ। ਹੈਲਾ ਨੂੰ ਜਦੋਂ ਹਾਲਾਤ ਦਾ ਅੰਦਾਜ਼ਾ ਹੋਇਆ ਤਾਂ ਉਹ ਫਟਾਫਟ ਪੇੜ ਤੇ ਚੜ ਗਈ। नहीं, ਇਹ ਤਾਂ ਹੈਲਾ ਹੈ। ਇਸਨੇ ਆਪਣੇ ਆਪ ਨੂੰ ਬੌਨੇ ਵਿੱਚ ਬਦਲ ਲਿਆ, ਪਰ ਕਿਵੇਂ? ਜਿਵੇਂ ਹੀ ਸਨੋ ਵਾਈਟ ਤਾਜ ਨੂੰ ਚੁੱਕਣ ਵਾਲੀ ਸੀ, ਹੈਲਾ ਫਟਾਫਟ ਗਈ ਤੇ ਸ਼ਾਹੀ ਤਾਜ ਨੂੰ ਝਪਟ ਲਿਆ। ਉਸਨੇ ਫਟਾਫਟ ਉਹਨੂੰ ਆਪਣੇ ਸਿਰ ਤੇ ਪਾ ਲਿਆ ਤੇ ਫਿਰ ਤੋਂ ਅਦ੍ਰਿਸ਼ ਹੋ ਗਈ ਤੇ ਗਾਇਬ ਹੋ ਗਈ। ਓ ਨਹੀਂ, ਤੂੰ ਕਿੱਥੇ ਹੈ ਹੈਲਾ? ਮੈਨੂੰ ਪਤਾ ਹੈ ਤੂੰ ਹੀ ਹੈ। ਮੇਰਾ ਸ਼ਾਹੀ ਤਾਜ ਵਾਪਸ ਕਰ ਦੇ। ਸਨੋ ਵਾਈਟ ਇੱਧਰ ਉੱਧਰ ਭੱਜਦੀ ਰਹੀ, ਪਰ ਉਹ ਹੈਲਾ ਨੂੰ ਨਹੀਂ ਲੱਭ ਸਕੀ। ਜਦਕਿ ਹੈਲਾ ਪਹਿਲਾਂ ਹੀ ਮਹਿਲ ਦੇ ਬਗੀਚੇ ਤੋਂ ਜਾ ਚੁੱਕੀ ਸੀ। ਮੇਰੀ ਰਾਜਕੁਮਾਰੀ, ਹਜੇ ਤੱਕ ਹੈਲਾ ਚਲੀ ਗਈ ਹੋਣੀ। ਪਰ ਉਸਨੇ ਸਾਡਾ ਤਾਜ ਚੁਰਾ ਲਿਆ। ਹੁਣ ਅਸੀਂ ਕੀ ਕਰਾਂਗੇ? ਬਹੁਤ ਹਨੇਰਾ ਹੋ ਗਿਆ ਸੀ ਤੇ ਹੈਲਾ ਤੇਜ਼ੀ ਨਾਲ ਜੰਗਲ ਦੀ ਸੜਕ ਤੋਂ ਆਪਣੀ ਗੁਫਾ ਵੱਲ ਵੱਧ ਰਹੀ ਸੀ। ਇਹਨਾਂ ਬੌਨੇ ਪੈਰਾਂ ਦੇ ਨਾਲ ਮੈਂ ਗੁਫਾ ਵਿੱਚ ਛੇਤੀ ਨਹੀਂ ਪਹੁੰਚ ਸਕਾਂਗੀ। ਮੈਨੂੰ ਉਮੀਦ ਹੈ ਕਿ ਡੰਕੋਵ ਨੇ ਵੇਲੇ ਸਿਰ ਜਾਦੂ ਦੀ ਰੱਸੀ ਖਿੱਚਣ ਦਾ ਇੰਤਜ਼ਾਮ ਕਰ ਲਿਆ ਹੋਣਾ। ਜਿਵੇਂ ਹੀ ਪੂਰਨਮਾਸ਼ੀ ਦਾ ਚੰਨ ਹੌਲੇ-ਹੌਲੇ ਆਕਾਸ਼ ਵਿੱਚ ਨਜ਼ਰ ਆਇਆ, ਡੰਕੋਵ ਤੁਰੰਤ ਜਾਦੂ ਦੀ ਰੱਸੀ ਤੇ ਚਲਾ ਗਿਆ ਜਿਵੇਂ ਕਿ ਹੈਲਾ ਨੇ ਕਿਹਾ ਸੀ, ਪਰ ਰੱਸੀ ਇੰਨੀ ਉੱਚੀ ਸੀ ਕਿ ਡੰਕੋਵ ਇਸ ਨੂੰ ਖਿੱਚ ਨਹੀਂ ਸਕਿਆ। ਕੀ ਇਹ ਹਮੇਸ਼ਾ ਤੋਂ ਇੰਨੀ ਉੱਤੇ ਸੀ? ਅਰੇ ਨਹੀਂ, ਮੈਂ ਨਹੀਂ ਪਹੁੰਚ ਪਾ ਰਿਹਾ ਹਾਂ। ਆਹ, ਮੇਰੀ ਪਿੱਠ, ਆਹ, ਬਹੁਤ ਦਰਦ ਹੋ ਰਹੀ ਹੈ। ਆਏ। ਕੁਝ ਘੰਟਿਆਂ ਦੇ ਬਾਅਦ ਹੈਲਾ ਆਖਰਕਾਰ ਆਪਣੀ ਗੁਫਾ ਵਿੱਚ ਪਹੁੰਚੀ ਤੇ ਵੇਖਿਆ ਕਿ ਡੰਕੋਵ ਹਾਲੇ ਵੀ ਜਾਦੂ ਦੀ ਰੱਸੀ ਨਹੀਂ ਖਿੱਚ ਪਾ ਰਿਹਾ ਸੀ। ਓਏ ਫਿਟੇ ਮੂੰਹ ਤੇਰੇ, ਮੈਂ ਅਗਲੀ ਪੂਰਨਮਾਸ਼ੀ ਤੱਕ ਬੌਨੀ ਦੀ ਬੌਨੀ ਬਣੀ ਰਵਾਂਗੀ। ਮਾਫ ਕਰਨਾ ਮੇਰੀ ਰਾਣੀ, ਪਰ ਮੇਰੀ ਲੰਬਾਈ ਹਲੇ ਕਾਫੀ ਨਹੀਂ। ਤਾਂ ਫਿਰ ਮੇਰੀ ਲੰਬਾਈ ਕਿਵੇਂ ਕਾਫੀ ਹੋਵੇਗੀ? ਹੈਲਾ ਆਪਣੇ ਖਤਰਨਾਕ ਜਾਦੂ ਦੇ ਕਾਰਨ ਅਗਲੀ ਪੂਰਨਮਾਸ਼ੀ ਤੱਕ ਬੌਨੀ ਹੀ ਬਣੀ ਰਹੀ, ਕਿਉਂਕਿ ਦੁਸ਼ਟ ਲੋਕ ਜਦ ਕੁਝ ਬੁਰਾ ਕਰਦੇ ਨੇ ਤਾਂ ਬਦਲੇ ਵਿੱਚ ਉਹਨਾਂ ਦਾ ਕਦੇ ਭਲਾ ਨਹੀਂ ਹੁੰਦਾ, ਕਿਉਂਕਿ ਚੰਗਿਆਈ ਸਿਰਫ ਚੰਗੇ ਦਿਲਾਂ ਵਿੱਚ ਵਸਦੀ ਹੈ।